ਅੱਜ ਅਸੀਂ ਫਾਸਟਵੇ ਦੇ ਦਰਸ਼ਕਾਂ ਦੇ ਲਈ ਲੜੀਵਾਰ ਪ੍ਰੋਗਰਾਮ ਫਰੰਟ ਲਾਈਨਰਸ ਲੈ ਕੇ ਇੱਕ ਵਾਰ ਫਿਰ ਹਾਜ਼ਰ ਹੋ ਰਹੇ ਹਾਂ। ਅੱਜ ਸਾਡੇ ਸਟੂਡੀਓ ਵਿੱਚ ਪਧਾਰੇ ਨੇ ਅੰਮ੍ਰਿਤਸਰ ਦੀ ਮੰਨੀ ਪ੍ਰਮੰਨੀ ਹਸਤੀ ਸ਼੍ਰੀ ਸੰਦੀਪ ਰਿਸ਼ੀ ਜੀ IAS। ਸੰਦੀਪ ਰਿਸ਼ੀ ਜੀ ਕੋਈ ਨਵੇਂ ਨਈਨੇ ਸ਼ਹਿਰ ਦੇ ਲਈ ਅੰਮ੍ਰਿਤਸਰ ਦਾ ਜੰਮਪਲ, ਰਾਮ ਆਸ਼ਰਮ, ਸੇਂਟ ਫਰਾਂਸਿਸ DAV ਕਾਲਜ ਤੋਂ ਸਿੱਖਿਆ ਲੈਣ ਬਾਅਦ ਦਿੱਲੀ ਇੰਜੀਨੀਅਰਿੰਗ ਕਾਲਜ ਪਾਸ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ MBA ਕਰਨ ਦੇ ਬਾਅਦ 2004 'ਚ PCS ਸਿਲੈਕਟ ਹੋਏ ਔਰ ਕੁਝ ਦਿਨ ਪਹਿਲੇ ਸਰਕਾਰ ਨੇ ਇਹਨਾਂ ਨੂੰ IAS ਪ੍ਰਮੋਟ ਕੀਤਾ। ਸੰਦੀਪ ਰਿਸ਼ੀ ਜੀ, ਤੁਹਾਡਾ ਫਾਸਟਵੇ ਸਟੂਡੀਓ ਵਿੱਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਮੈਂ ਬਹੁਤ ਆਭਾਰੀ ਹਾਂ ਫਾਸਟਵੇ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਅੱਜ ਅੰਮ੍ਰਿਤਸਰ ਦੀ ਜਨਤਾ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਥੈਂਕ ਯੂ ਵੈਰੀ ਮਚ ਜੀ। ਸਰ, ਤੁਸੀਂ ਅੰਮ੍ਰਿਤਸਰ ਦੇ ਵਾਸੀ, ਅੰਮ੍ਰਿਤਸਰ ਦੇ ਰਹਿਣ ਵਾਲੇ। ਅੰਮ੍ਰਿਤਸਰ ਦੇ ਵਿੱਚ 2020 ਦੇ ਵਿੱਚ ਜਿਸ ਵੇਲੇ ਕੋਵਿਡ ਆਇਆ, ਉਸ ਵਕਤ ਤੁਸੀਂ ADC ਸਨ ਔਰ ਤੁਹਾਨੂੰ ਨੋਡਲ ਆਫਿਸਰ ਫੂਡ ਡਿਸਟ੍ਰੀਬਿਊਸ਼ਨ ਲਗਾਇਆ ਗਿਆ। ਅੰਮ੍ਰਿਤਸਰ ਉਸ ਵਕਤ ਚਾਰੋਂ ਤਰਫ ਤੋਂ ਬੰਦ ਸੀ, ਲੋਕੀ ਖਾਣ ਪੀਣ ਦੀ ਚੀਜ਼ਾਂ ਤੋਂ ਮਹਿਰੂਮ ਹੋ ਗਏ ਸਨ, ਕਿਉਂਕਿ ਘਰ ਦੇ ਵਿੱਚ ਬੰਦ ਰਹਿਣਾ ਬੜੀ ਸਖਤੀ ਦੇ ਨਾਲ ਕੀਤਾ ਗਿਆ ਸੀ। ਉਸ ਵਕਤ ਐਜ਼ ਅ ਨੋਡਲ ਆਫਿਸਰ ਫੂਡ ਡਿਸਟ੍ਰੀਬਿਊਸ਼ਨ ਤੁਸੀਂ ਕਿਹੜੇ ਕੰਮ ਕੀਤੇ ਔਰ ਕਿਸ ਪ੍ਰਕਾਰ ਲੋਕਾਂ ਨੂੰ ਫੂਡ ਦੀ ਜਿਹੜੀ ਕਿੱਲਤ ਸੀਗੀ ਉਸ ਨੂੰ ਪੂਰਾ ਕਰਵਾਇਆ? ਮੇਰੀ ਡਿਊਟੀ ਜਿਹੜੀ ਕੋਵਿਡ ਦੇ ਪਹਿਲੇ ਫੇਜ਼ ਦੇ ਵਿੱਚ ਜਦੋਂ ਲੋਕਡਾਊਨ ਹੋਇਆ ਸੀ, ਅਤੇ ਉਦੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਮੇਰੀ ਡਿਊਟੀ ਜਿਹੜੀ ਹੈ ਉਹ ਕੋਵਿਡ ਫੂਡ ਡਿਸਟ੍ਰੀਬਿਊਸ਼ਨ ਜਿਹੜੀ ਹੈ, ਕੋਵਿਡ ਫੂਡ ਰਿਲੀਫ ਡਿਸਟ੍ਰੀਬਿਊਸ਼ਨ ਦੇ ਲਈ ਲਗਾਈ ਗਈ ਸੀ। ਉਹਦੇ ਵਿੱਚ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਫੂਡ ਜਿਹੜੀ ਕਿਟਸ ਦੀ ਡਿਸਟ੍ਰੀਬਿਊਸ਼ਨ ਸੀ ਉਹਦੇ ਲਈ ਜ਼ਿੰਮੇਵਾਰ ਸੀ। ਇਹਦੇ ਲਈ ਅਸੀਂ ਨਗਰ ਨਿਗਮ ਦੇ ਵਿੱਚ ਸਾਡੇ 5 ਜ਼ੋਨਸ ਨੇ, 5 ਅਸੈਂਬਲੀ ਕੌਂਸਟੀਟੂਐਂਸੀਜ਼ ਨੇ। ਅਸੀਂ ਹਰ ਕੌਂਸਟੀਟੂਐਂਸੀ ਦੇ ਲਈ ਇੱਕ ਸੁਪਰਡੈਂਟ ਔਰ ਉਹਦੇ ਨਾਲ ਇੱਕ ਕਾਫੀ ਵੱਡੀ ਗਿਣਤੀ ਵਿੱਚ ਟੀਮ ਜਿਹੜੀਆਂ ਉਹਨੂੰ ਅਸਿਸਟ ਕਰਨ ਦੇ ਲਈ ਉਹ ਅਸੀਂ ਲਗਾਈਆਂ ਸੀ। ਇਸ ਤੋਂ ਬਿਨਾਂ ਜਿਹੜੇ ਰੂਰਲ ਏਰੀਆਜ਼ ਸੀ ਉਹਨਾਂ ਵਿੱਚ ਕੰਸਰਨਡ SDM ਸਾਹਿਬਾਨ ਜਿਹੜੇ ਸੀ ਉਹਨਾਂ ਦੇ ਥਰੂ ਅਸੀਂ ਫੂਡ ਡਿਸਟ੍ਰੀਬਿਊਸ਼ਨ ਜਿਹੜੀ ਕੀਤੀ। ਇਹਦੇ ਵਿੱਚ ਸਾਡੀ ਮੁੱਖ ਪ੍ਰਾਇੋਰਟੀ ਇਹੋ ਸੀ ਕਿ ਜਿਹੜੇ ਡੇਲੀ ਵੇਜਸ ਨੇ ਉਹ ਉਸ ਵੇਲੇ, ਕਿਉਂਕਿ ਹਰ ਇੱਕ ਬੰਦਾ ਜਿਹੜਾ ਲੋਕਡਾਊਨ ਦੇ ਕਰਕੇ ਆਪਣੀ ਰੋਜ਼ੀ ਰੋਟੀ ਤੋਂ ਜਿਹੜਾ ਮਹਿਰੂਮ ਹੋਇਆ ਸੀ, ਉਹਨੂੰ ਸਭ ਤੋਂ ਵੱਡਾ ਚੈਲੰਜ ਸੀ ਉਸ ਵੇਲੇ ਰੋਟੀ ਜਿਹੜੀ ਉਹਨੂੰ ਪ੍ਰੋਪਰਲੀ ਮਿਲ ਜੇ। ਤਾਂ ਸਰਕਾਰ, ਪੰਜਾਬ ਸਰਕਾਰ ਵੱਲੋਂ ਉਸ ਵੇਲੇ ਫੂਡ ਕਿਟਸ ਜਿਹੜੀਆਂ ਬਣਾ ਕੇ, ਜਿਹਦੇ ਵਿੱਚ ਡਿਫਰੈਂਟ ਆਈਟਮਸ ਹੈਗੀਆਂ ਸੀ, ਆਟਾ, ਦਾਲ ਐਂਡ ਚੀਨੀ। ਸਰ, ਇਹ ਰॉ ਦੇ ਰਹੇ ਸੀ ਕਿ ਤੁਸੀਂ ਕੁਕਡ ਫੂਡ ਦੇ ਰਹੇ ਸੀ? ਅਸੀਂ ਜਿਹੜਾ ਸਰਕਾਰ ਵੱਲੋਂ ਰॉ ਫੂਡ ਦਿੱਤਾ ਗਿਆ ਸੀ, ਔਰ ਇਸ ਤੋਂ ਬਿਨਾਂ ਜਿਹੜੀਆਂ ਸਾਡੇ ਕਈ ਸੰਸਥਾਵਾਂ ਸੀ, ਸਾਡੇ ਸਹਿਯੋਗੀ ਸੰਸਥਾਵਾਂ ਸੀ, NGO ਸੀ, ਕਈ ਧਾਰਮਿਕ ਡੇਰੇ ਵੀ ਸੀ, ਉਹਨਾਂ ਵੱਲੋਂ ਕੁਕਡ ਫੂਡ ਦੀ ਸੇਵਾ ਵੀ ਜਿਹੜੀ ਉਹ ਸਾਡੇ ਨਾਲ ਜਿਹੜੀ ਹੈ ਸਾਡੀ ਐਸੋਸੀਏਸ਼ਨ ਦੇ ਵਿੱਚ ਉਹ ਕੀਤੀ ਗਈ। ਔਰ ਉਹ ਸਾਰੇ ਕੰਮ ਨੂੰ ਕੋਆਰਡੀਨੇਟ ਕਰਨ ਦਾ ਜ਼ਿੰਮਾ ਜਿਹੜਾ ਸੀ ਉਹ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੀ ਟੀਮ ਵੱਲੋਂ ਕੀਤਾ ਗਿਆ। ਕੀ ਸਰ ਤੁਹਾਡੇ ਕੋਲ ਕੋਈ ਪ੍ਰਾਈਵੇਟ ਅਦਾਰੇ ਤੁਹਾਡੇ ਨਾਲ ਜੁੜੇ ਉਸ ਵਕਤ? ਬਿਲਕੁਲ, ਸਾਡੇ ਨਾਲ ਬਹੁਤ ਸਾਰੀਆਂ NGOs ਸੀ, ਜਿਨ੍ਹਾਂ ਵਿੱਚੋਂ YGPT ਇੱਕ ਜਿਹੜੀ ਸੰਸਥਾ ਹੈਗੀ ਆ, ਜਿਹੜੀ ਉਹ ਵੀ ਸਾਡੇ ਨਾਲ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਫੂਡ ਕਿਟਸ ਹੈਗੀਆਂ ਸੀ ਉਹ ਲੋੜਵੰਦ ਲੋਕਾਂ ਤੱਕ ਪਹੁੰਚਾਈਆਂ। ਔਰ ਇਹਦੇ ਵਿੱਚ ਇਹ ਸਾਰਾ ਜਿਹੜਾ ਕੋਆਰਡੀਨੇਸ਼ਨ ਸੀ, ਜਿਹੜੀਆਂ NGOs ਨੇ ਵੀ ਕੰਮ ਕੀਤਾ, ਉਹਨਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮੋਢਾ ਲਗਾ ਕੇ ਇਹ ਕੰਮ ਕੀਤਾ, ਕਿਉਂਕਿ ਜਿਹੜੀ ਡਿਮਾਂਡਸ ਹੈਗੀਆਂ ਸੀ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਆਉਂਦੀਆਂ ਸੀ, ਔਰ ਇਮੀਡੀਏਟਲੀ ਡਿਸਟ੍ਰੈਸ ਦੇ ਉੱਤੇ ਕਿਹੜੀ NGO ਨੂੰ ਕਿੱਥੇ ਇੰਪਲੋਏ ਕਰਨਾ, ਉਹ ਸਾਰਾ ਕੰਮ ਜਿਹੜਾ ਸੀ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਡੀ ਰੈੱਡ ਕ੍ਰਾਸ ਸੁਸਾਇਟੀ ਜਿਹੜੀ ਹੈ, ਡਿਸਟ੍ਰਿਕਟ ਰੈੱਡ ਕ੍ਰਾਸ ਸੁਸਾਇਟੀ, ਜਿਹਦੇ ਪ੍ਰਧਾਨ ਮਾਨਯੋਗ ਡਿਪਟੀ ਕਮਿਸ਼ਨਰ ਨੇ, ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅਸੀਂ ਉਸੇ ਵੇਲੇ ਹਰ ਥਾਂ 'ਤੇ ਡਿਸਟ੍ਰੈਸ ਕਾਲ ਜਿਹੜੀਆਂ ਸੀ ਉਹਨਾਂ ਨੂੰ ਅਸੀਂ ਹੈਂਡਲ ਕਰਦੇ ਸੀ। ਸਾਡੇ ਰੈੱਡ ਕ੍ਰਾਸ ਭਵਨ ਦੇ ਵਿੱਚ ਇੱਕ ਡਿਸਟ੍ਰਿਕਟ ਦਾ ਕੰਟਰੋਲ ਰੂਮ ਸੈਟਅਪ ਹੋਇਆ ਸੀ। ਤੁਸੀਂ ਇਹ ਦੇਖੋ ਕਿ ਸਟੇਟ ਲੈਵਲ ਦੇ ਕੰਟਰੋਲ ਰੂਮ ਵਿੱਚ ਵੀ ਔਰ ਡਿਸਟ੍ਰਿਕਟ ਲੈਵਲ ਦੇ ਕੰਟਰੋਲ ਰੂਮ, ਦੋਵਾਂ ਥਾਵਾਂ ਉੱਤੇ ਡੇਲੀ ਨੰਬਰ ਆਫ ਡਿਸਟ੍ਰੈਸ ਕਾਲ, ਸੈਂਕੜਿਆਂ ਦੀ ਗਿਣਤੀ ਡਿਸਟ੍ਰੈਸ ਕਾਲ ਆਉਂਦੀਆਂ ਸੀ ਉਸ ਵੇਲੇ ਕਿ ਅਸੀਂ ਇੰਨੇ ਦਿਨਾਂ ਤੋਂ ਇੱਥੇ ਫਸੇ ਪਏ ਹਾਂ, ਸਾਡੇ ਕੋਲ ਰਾਸ਼ਨ ਮੁੱਕ ਗਿਆ ਹੈ। ਤਾਂ ਸਾਡੀ ਉਸ ਵੇਲੇ ਇਹੋ ਜਿਹੜੀ ਕੋਸ਼ਿਸ਼ ਹੁੰਦੀ ਸੀ ਕਿ ਇਮੀਡੀਏਟਲੀ ਅਸੀਂ ਜਿਹੜਾ ਉਹਨਾਂ ਵਿਅਕਤੀਆਂ ਦੇ ਕੰਟੈਕਟ ਨੰਬਰ ਲੈ ਕੇ ਉੱਥੇ ਆਪਣੀ ਟੀਮਾਂ ਦੇ ਰਾਹੀਂ ਪਹੁੰਚ ਕਰੀਦੀ ਸੀ, ਔਰ ਉਹਨਾਂ ਨੂੰ ਅਸੀਂ ਜਿਹੜਾ ਰॉ ਫੂਡ ਉਹ ਵੀ ਦਿੱਤਾ, ਔਰ NGOs ਦੀ ਸਹਾਇਤਾ ਦੇ ਨਾਲ ਜਿਹੜਾ ਕੁਕਡ ਫੂਡ ਹੈ ਉਹ ਵੀ ਪ੍ਰੋਵਾਈਡ ਕੀਤਾ ਸੀ। ਕੀ ਸਰ, ਜਿਸ ਵੇਲੇ ਤੁਸੀਂ ਜਾਂਦੇ ਸੀ ਪਿੰਡਾਂ ਦੇ ਵਿੱਚ, ਉਸ ਵਕਤ ਹਾਲਾਤ ਕੀ ਸੀ? ਕਿ ਤੁਸੀਂ ਗਰੀਬੀ ਰੇਖਾ ਦੇਖ ਰਹੇ ਸੀ ਜਾਂ ਜ਼ਰੂਰਤ ਦੇਖ ਰਹੇ ਸੀ? ਦੇਖੋ, ਜਿਹੜਾ ਪੰਜਾਬ ਸਰਕਾਰ ਵੱਲੋਂ ਰਾਸ਼ਨ ਸੀ ਉਹਦੇ ਵਿੱਚ ਇਹੋ ਜਿਹੀ ਕੋਈ ਕੰਡੀਸ਼ਨ ਨਹੀਂ ਸੀ ਕਿ ਗਰੀਬੀ ਰੇਖਾ ਤੋਂ ਥੱਲੇ ਵਾਲਿਆਂ ਨੂੰ ਦਿੱਤੀ ਜਾਣੀ ਹੈ। ਇਹ ਜਿਹੜੇ ਡਿਸਟ੍ਰੈਸ ਦੇ ਵਿੱਚ ਲੋਕ ਆ, ਚਾਹੇ ਉਹ ਗਰੀਬ ਹੈ, ਚਾਹੇ ਉਹ ਮਿਡਲ ਕਲਾਸ ਦੇ ਸੀ, ਜਿਨ੍ਹਾਂ ਕੋਲ ਉਸ ਵੇਲੇ ਸਾਧਨ ਨਹੀਂ ਸੀ, ਉਹਨਾਂ ਨੂੰ ਅਸੀਂ ਦਿੱਤੇ ਸਾਰਿਆਂ ਨੂੰ, ਔਰ ਲੋੜ ਦੇਖ ਕੇ ਦਿੱਤਾ।
ਸਰ ਤੁਹਾਡੇ ਨਾਲ ਤੁਹਾਡੇ ਕਾਰਪੋਰੇਸ਼ਨ ਦੇ ਵਰਕਰਸ ਵੀ ਉਸ ਵਕਤ ਜਾ ਰਹੇ ਸੀ ਨਾਲ? ਬਿਲਕੁਲ, ਮੈਂ ਅੱਜ ਤੁਹਾਡੇ ਕੋਲ ਬੈਠਾ, ਮੈਂ ਐਜ਼ ਸੰਦੀਪ ਰਿਸ਼ੀ ਨਹੀਂ ਬੈਠਾ ਤੁਹਾਡੇ ਕੋਲ। ਆਈ ਹੈਵ ਮੈਂ ਆਪਣੇ ਆਪ ਨੂੰ ਸੁਭਾਗਸ਼ਾਲੀ ਸਮਝਦਾ ਕਿ ਮੈਂ ਅੱਜ ਆਪਣੀ ਕਾਰਪੋਰੇਸ਼ਨ, ਜਿਹੜੀ ਸਾਡੀ ਸੰਸਥਾ ਹੈ ਮਿਊਨਿਸਪਲ ਕਾਰਪੋਰੇਸ਼ਨ, ਉਹਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ। ਔਰ ਮੈਂ ਸਾਰੇ ਹੀ ਸਾਡੇ ਫਰੰਟਲਾਈਨ ਵਰਕਰਸ, ਮੈਂ ਖੁਦ ਆਪਣੇ ਆਪ ਨੂੰ ਫਰੰਟਲਾਈਨ ਵਰਕਰ ਨਹੀਂ ਕਹਾਂਗਾ। ਸਾਡੇ ਅਸਲੀ ਵਰਕਰ ਜਿਹੜੇ ਨੇ ਉਹ ਸਾਡੇ ਸਫਾਈ ਸੇਵਕ ਨੇ, ਸਾਡੇ ਸੀਵਰਮੈਨ ਨੇ, ਸਾਡੇ ਹੋਰ ਸੁਪਰਡੈਂਟ ਜਿਹੜੇ ਇਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਫੂਡ ਐਕਚੁਅਲੀ ਡਿਸਟਰੀਬਿਊਟ ਕੀਤਾ, ਲੋਕਾਂ ਦੇ ਵਿੱਚ ਜਾ ਕੇ ਡਿਸਟਰੀਬਿਊਟ ਕੀਤਾ, ਸਾਡੇ ਸਫਾਈ ਸੇਵਕ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਸ ਟਾਈਮ ਦੇ ਉੱਤੇ ਜਿਹੜਾ ਸ਼ਹਿਰ ਦੇ ਵਿੱਚ ਸਾਫ਼ ਸਫਾਈ ਦਾ ਜਿਹੜਾ ਪ੍ਰਬੰਧ ਸੀ ਉਹਨੂੰ ਚਾਲੂ ਰੱਖਿਆ, ਸਾਡੇ ਸੀਵਰਮੈਨਾਂ ਨੇ ਵੀ ਉਸ ਟਾਈਮ ਦੇ ਉੱਤੇ ਬਿਲਕੁਲ ਫਰੰਟ ਲਾਈਨ 'ਤੇ ਜਾ ਕੇ ਲੋਕਾਂ ਦੇ ਸੀਵਰ ਕਲੌਗ ਹੁੰਦੇ ਸੀ, ਸਭ ਠੀਕ ਕਰਦੇ ਰਹੇ ਉਸ ਵੇਲੇ। ਮੈਂ ਸਾਰਿਆਂ ਨੂੰ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਵਾਂ। ਸਰ ਵੈਰੀ ਗੁੱਡ। ਔਰ ਸਰ ਕੀ ਉਸ ਵਕਤ, ਕਿਉਂਕਿ ਇਹ ਲੋਕਾਂ ਦੇ ਵਿੱਚ ਵਿਚਰਿਆ ਸੀ, ਕਿ ਇਹਨਾਂ ਨੂੰ ਕੋਵਿਡ ਦੀ ਮਾਰ ਝੇਲਣੀ ਪਈ? ਬਿਲਕੁਲ, ਸਾਡੇ ਕਾਰਪੋਰੇਸ਼ਨ ਦੇ ਵਿੱਚ ਸਾਡੇ ਇੱਕ ਜੇਈ ਸੀ ਜਿਹੜੇ, ਉਹਨਾਂ ਦੀ ਜਿਹੜੀ ਆ ਉਹ ਡੈਥ ਵੀ ਹੋਈ ਹੈ ਡਿਊ ਟੂ ਕੋਵਿਡ। ਔਰ ਇਸ ਤੋਂ ਬਿਨਾਂ ਸਾਡੇ ਇੱਕ ਸਫਾਈ ਸੇਵਕ ਦੀ ਡੈਥ ਵੀ ਹੋਈ ਹੈ। ਇਸ ਤੋਂ ਬਿਨਾਂ ਕਾਫੀ ਸਾਡੇ ਵੱਡੀ ਗਿਣਤੀ ਵਿੱਚ ਸਟਾਫ ਜਿਹੜਾ ਹੈ ਡਿਊਰਿੰਗ ਦਿਸ ਪ੍ਰੋਸੈਸ ਕੋਵਿਡ ਨਾਲ ਅਫੈਕਟ ਹੋਇਆ ਹੈ। ਸਾਡੇ ਤਕਰੀਬਨ ਸੀਨੀਅਰ ਆਫੀਸਰਸ ਵੀ ਹੋਏ ਨੇ। ਸੋ ਸਾਰੇ ਹੀ ਵੱਖ-ਵੱਖ ਦਰਜਾ ਬਦਰਜਾ ਕਰਮਚਾਰੀ ਜਿਹੜੇ ਉਸ ਵੇਲੇ ਕੰਮ 'ਚ ਲੱਗੇ ਹੋਏ ਸੀ, ਉਹਨਾਂ ਨੂੰ ਬਿਲਕੁਲ ਇਫੈਕਟ ਹੋਇਆ, ਕਿਉਂਕਿ ਇਹ ਬਿਮਾਰੀ ਹੈ, ਪੈਂਡੈਮਿਕ ਹੈ, ਵਾਇਰਸ ਹੈ, ਕਿਸੇ ਨੂੰ ਵੀ ਜਿਹੜਾ ਹੈ ਉਹ ਕਰ ਸਕਦਾ ਹੈ। ਔਰ ਸਾਡੀ ਡਿਊਟੀ ਕਿਉਂਕਿ ਫਰੰਟ ਲਾਈਨ ਸੀ, ਮਿਊਨਿਸਪਲ ਕਾਰਪੋਰੇਸ਼ਨ ਕਲੋਜ਼ ਨਹੀਂ ਹੋ ਸਕਦਾ ਸੀ, ਮਿਊਨਿਸਪਲ ਕਾਰਪੋਰੇਸ਼ਨ ਹੈਡ ਟੂ ਵਰਕ 24/7। ਸਰ ਇੱਕ ਬੜੀ ਅਜੀਬ ਜੀ ਗੱਲ ਹੈ, ਮਤਲਬ ਤੁਸੀਂ ਦੇਖਿਆ ਆਪਣੀ ਅੱਖੀ, ਲੋਕੀ ਜਿਹੜੇ ਬਿਮਾਰ ਹੋ ਜਾਂਦੇ ਨੇ ਨਾ, ਉਹ ਤੇ ਮੰਨ ਲੈਂਦਾ ਜੀ ਕੋਵਿਡ ਹੈਗਾ ਤੇ ਕੋਵਿਡ ਦਾ ਅਸਰ ਹੋ ਰਿਹਾ, ਲੇਕਿਨ ਜਿਹੜੇ ਆਮ ਜਨਤਾ ਹੈ ਉਹ ਸਮਝਦੀ ਹੈ ਕਿ ਨਹੀਂ ਯਾਰ ਕੋਵਿਡ ਐਵੇਂ ਹੈ, ਅਫਵਾਹ ਫੈਲਾਈ ਹੋਈ ਹੈ। ਜਿਸ ਤਰ੍ਹਾਂ ਅੱਜ ਤੁਸੀਂ ਦੇਖ ਲਓ ਕਿਸਾਨ ਆ ਰਹੇ ਨੇ, ਕੋਈ ਮਾਸਕ ਨਹੀਂ ਪਾ ਰਿਹਾ, ਕੋਈ ਕਿਸੇ ਕਿਸਮ ਦੀ ਕੋਈ ਪ੍ਰੀਕਾਸ਼ਨ ਨਹੀਂ ਲੈ ਰਿਹਾ। ਕਿਉਂਕਿ ਇਸ ਲਈ ਕਿਉਂਕਿ ਲੋਕਾਂ ਨੇ ਉਸ ਵਕਤ ਸੀਰੀਅਸਲੀ ਨਹੀਂ ਲਿਆ। ਹੌਲੀ ਹੌਲੀ ਤੁਸੀਂ ਇਹ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੁਹਿੰਮ ਬਾਰੇ ਕਿ ਨਹੀਂ ਇਹ ਵਾਕਈ ਬਿਮਾਰੀ ਹੈ ਜਿਸ ਕੋਲੋਂ ਸਾਨੂੰ ਬਚਣਾ ਚਾਹੀਦਾ? ਦੇਖੋ, ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਔਰ ਜ਼ਿਲ੍ਹਾ ਪ੍ਰਸ਼ਾਸਨ ਦੋਵਾਂ ਵੱਲੋਂ ਹੀ ਇਸ ਬਿਮਾਰੀ ਦੇ ਪ੍ਰਤੀ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਜਿਹੜੀ ਕਾਫੀ ਵੱਡੇ ਸਕੇਲ ਦੇ ਉੱਤੇ ਇੱਕ IEC ਕੈਂਪੇਨ ਜਿਹੜਾ ਸੀ ਉਹ ਚਲਾਇਆ ਗਿਆ ਸੀ। ਮਿਊਨਿਸਪਲ ਕਾਰਪੋਰੇਸ਼ਨ ਤੁਸੀਂ ਵੇਖਿਆ ਹੋਵੇ, ਸਾਡੇ ਯੂਨੀਪੋਲਸ ਜਿਹੜੇ ਸੀ ਉਹ ਕਿਉਂਕਿ ਐਡਵਰਟਾਈਜ਼ਮੈਂਟ ਤੋਂ ਜਿਹੜੀ ਕੰਪਨੀਜ਼ ਲੋਕਡਾਊਨ ਦੇ ਵਿੱਚ ਐਡਵਰਟਾਈਜ਼ਮੈਂਟ ਕੰਪਨੀਜ਼ ਨੇ ਉਹਨਾਂ ਨੂੰ ਕਾਫੀ ਇਹਨੂੰ ਫ੍ਰੀ ਕਰ ਦਿੱਤਾ ਸੀ। ਔਰ ਪਲੱਸ ਜਿਹੜੇ ਸਾਡੇ ਸਾਈਟ ਸੀ ਉਹਨਾਂ ਉੱਤੇ ਅਸੀਂ ਸਿਵਲ ਸਰਜਨ ਔਰ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਜਿਹੜੇ ਜਾਰੀ ਕੀਤੇ ਹੋਏ, ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੋਏ ਹੋਰਡਿੰਗਸ ਜਿਹੜੇ ਐਜੂਕੇਟ ਕਰਨ ਦੇ ਲੋਕਾਂ ਨੂੰ ਹੈਗੇ ਸੀ, ਉਹ ਸਾਰੇ ਅਸੀਂ ਡਿਸਪਲੇ ਕੀਤੇ। ਇਸ ਤੋਂ ਬਿਨਾਂ ਰਿਕਸ਼ਾਜ਼ ਜਿਹੜੇ ਸੀ, ਅਸੀਂ ਸ਼ਹਿਰ ਦੇ ਵਿੱਚ ਹਰ ਵਾਰਡ ਦੇ ਵਿੱਚ ਰਿਕਸ਼ਾਜ਼ ਦੇ ਰਾਹੀਂ ਅਨਾਊਂਸਮੈਂਟ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਕਿ ਤੁਸੀਂ ਮਾਸਕ ਪਾਓ, ਸੋਸ਼ਲ ਡਿਸਟੈਂਸਿੰਗ ਰੱਖੋ, ਆਪਣੇ ਹੱਥਾਂ ਨੂੰ ਬਾਰ-ਬਾਰ ਸਾਫ਼ ਕਰੋ ਤਾਂ ਕਿ ਇਸ ਬਿਮਾਰੀ ਤੋਂ ਸਾਡਾ ਬਚਾਅ ਹੋ ਸਕੇ। ਸਾਡੇ ਤੁਸੀਂ ਇਹ ਵੀ ਵੇਖਿਆ ਹੋਏਗਾ ਕਿ ਸਾਡੇ ਜਿਹੜੇ ਕੂੜਾ ਚੁੱਕਣ ਵਾਲੇ ਵਾਹਨ ਹੈਗੇ ਆ, ਸਵੇਰੇ ਸਾਡੀ ਕੰਪਨੀ ਜਿਹੜੀ ਅਵਰਡਾ ਕੰਪਨੀ ਹੈ, ਉਸ ਕੰਪਨੀ ਦੇ ਜਿਹੜੇ ਵਾਹਨ ਆ ਉਹਨਾਂ ਵਿੱਚ ਵੀ ਸਪੀਕਰਸ ਜਿਹੜੇ ਨੇ ਉਹ ਫਿੱਟ ਕੀਤੇ ਹੋਏ ਨੇ। ਉਹਨਾਂ ਵਿੱਚ ਵੀ ਅਸੀਂ ਜਿਹੜੀ ਆਡੀਓ ਜਿਹੜੀ ਸਰਕਾਰ ਵੱਲੋਂ ਕਲਿੱਪ ਬਣੀਆਂ ਹੋਈਆਂ ਨੇ, ਉਹ ਅਸੀਂ ਸਾਰੀਆਂ ਸਮੇਂ-ਸਮੇਂ ਸਿਰ ਵਜਾਉਂਦੇ ਰਹਿੰਦੇ ਹਾਂ ਔਰ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਹਾਂ। ਸਰ ਇੱਕ ਤੇ ਡਿਊਟੀ ਸੀ ਨਾ ਜਿਹੜੀ ਤੁਹਾਨੂੰ ਸਰਕਾਰ ਵੱਲੋਂ, ਕਿਉਂਕਿ ਤੁਸੀਂ ਖੁਦ ਵਿਚਰੇ ਲੋਕਾਂ ਦੇ ਵਿੱਚ, ਤੁਸੀਂ ਗਏ, ਜਿਸ ਤਰ੍ਹਾਂ ਤੁਸੀਂ ਦੱਸਿਆ ਫੂਡ ਵੰਡਿਆ, ਰਾਸ਼ਨ ਵੰਡਿਆ। ਸਰ ਇਸ ਤੋਂ ਇਲਾਵਾ ਤੁਸੀਂ ਲੋਕਾਂ ਦੀ ਕਿਹੜੀ ਤਰਾਸਦੀ ਦੇਖੀ ਜਿਨ੍ਹਾਂ ਨੇ ਤੁਹਾਨੂੰ ਐਨਕਰੇਜ ਕੀਤਾ, ਯਾਰ ਨਹੀਂ ਮੈਨੂੰ ਇਹ ਵੀ ਕਰਨਾ ਚਾਹੀਦਾ, ਇਹਨਾਂ ਦੇ ਲਈ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਨੇ? ਕੀ ਤੁਹਾਨੂੰ ਕੁਛ ਇਹੋ ਜਿਹੀ ਕੋਈ ਦੇਖਣ ਨੂੰ ਮਿਲਿਆ? ਦੇਖੋ, ਅਸੀਂ ਐਜ਼ ਅ ਆਫੀਸਰ ਅਸੀਂ ਸਾਡੀ ਰੂਟੀਨ ਡਿਊਟੀਜ਼ ਜਿਹੜੀਆਂ ਸਾਡੀਆਂ ਸਰਕਾਰ ਵੱਲੋਂ ਫਿਕਸਡ ਹੈਗੀਆਂ ਕਿ ਇੱਕ ਐਡੀਸ਼ਨਲ ਕਮਿਸ਼ਨਰ ਨੇ ਜਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਜਾਂ ਕਿਸੇ ਐਕਸੀਐਨ ਨੇ ਉਹਨੇ ਕੀ ਕਰਨਾ, ਉਹ ਸਭ ਕੁਝ ਫਿਕਸਡ ਹੈ। ਪਰ ਅਜਿਹੇ ਸਿਚੁਏਸ਼ਨਸ ਜਿਹੜੀਆਂ ਪੈਂਡੈਮਿਕ ਟਾਈਪ ਸਿਚੁਏਸ਼ਨ ਹੈ, ਜਾਂ ਜਿਵੇਂ ਉਸ ਟਾਈਮ 'ਤੇ ਤੁਸੀਂ ਵੇਖਿਆ ਹੋਏਗਾ 2018 ਵਿੱਚ ਦੁਸ਼ਹਿਰੇ ਵਾਲੀ ਟ੍ਰੈਜਡੀ ਹੋਈ ਸੀ। ਸੋ ਇਹ ਸਾਰੀਆਂ ਟ੍ਰੈਜਡੀਆਂ ਜਾਂ ਇਹ ਸਾਰੀਆਂ ਘਟਨਾਵਾਂ, ਇਹ ਸਿਚੁਏਸ਼ਨਸ ਜਿਹੜੀਆਂ ਨੇ, ਇਹ ਆਫੀਸਰਸ ਦੇ ਕੋਲੋਂ ਥੋੜ੍ਹਾ ਐਕਸਟਰਾ ਆਊਟ ਆਫ ਬਾਕਸ ਵਰਕ ਡਿਮਾਂਡ ਕਰਦੀਆਂ ਨੇ। ਇਹਨਾਂ ਵਿੱਚ ਅਸੀਂ ਕਿਉਂਕਿ ਕ੍ਰਾਈਸਿਸ ਸਿਚੁਏਸ਼ਨ ਹੁੰਦੀ ਹੈ, ਤੋ ਇਹਦੇ ਵਿੱਚ ਸਾਡਾ ਜਿਹੜੇ ਸਕਿੱਲਸ ਉਹ ਟੈਸਟ ਹੁੰਦੇ ਆ ਕਿ ਅਸੀਂ ਇਹ ਕ੍ਰਾਈਸਿਸ ਨੂੰ ਕਿੰਨੇ ਵਧੀਆ ਤਰੀਕੇ ਨਾਲ ਹੈਂਡਲ ਕਰਦੇ ਹਾਂ। ਸੋ ਜਿਹੜੀਆਂ ਸਾਡੀਆਂ ਜੌਬਸ ਹੈਗੀਆਂ ਨੇ, ਇਹਨਾਂ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਚੈਲੰਜਿੰਗ ਸਿਚੁਏਸ਼ਨ ਜਿਹੜੀ ਉਹ ਆਉਂਦੀ ਰਹਿੰਦੀ ਹੈ। ਔਰ ਅਸੀਂ ਜਿਹੜੀਆਂ ਸਾਡੀ ਟ੍ਰੇਨਿੰਗਸ ਹੈ, ਸਾਡੀ ਔਨ ਜੌਬ ਲਰਨਿੰਗ ਹੈ, ਸਾਡੇ ਟੀਚਰਸ ਨੇ ਸਾਨੂੰ ਜੋ ਸਿੱਖਿਆਵਾਂ ਦਿੱਤੀਆਂ ਨੇ, ਅਸੀਂ ਸਾਰਿਆਂ ਦਾ ਜਿਹੜਾ ਨਿਚੋੜ ਕੱਢ ਕੇ ਸਮੇਂ-ਸਮੇਂ ਸਿਰ ਇਹ ਸਾਰੀਆਂ ਜਿਹੜੀਆਂ ਸਿਚੁਏਸ਼ਨ ਨੂੰ ਹੈਂਡਲ ਕਰਦੇ ਹਾਂ। ਔਰ ਵਾਕਿਆ ਹੀ ਇਹ ਜਿਹੜੇ ਕਿਉਂਕਿ ਸਾਨੂੰ ਚੈਲੰਜ ਇੰਨੇ ਕੁ ਆਉਂਦੇ ਨੇ, ਸੋ ਇਹ ਜੌਬ ਕਰਨ ਦੇ ਵਿੱਚ ਵੀ ਸਾਡਾ ਜਿਹਨੂੰ ਇੱਕ ਜੌਬ ਐਨਰਿਚਮੈਂਟ ਹੈ, ਜੌਬ ਕੰਟੈਂਟਮੈਂਟ ਹੈ, ਉਹ ਸਾਨੂੰ ਇਸ ਚੀਜ਼ ਤੋਂ ਮਿਲਦੀ ਹੈ ਜਦੋਂ ਅਸੀਂ ਇਹੋ ਜਿਹੀਆਂ ਚੈਲੰਜਿੰਗ ਸਿਚੁਏਸ਼ਨ ਨੂੰ ਫੇਸ ਕਰਦੇ। ਸਰ ਤੁਹਾਡੇ ਫਿਕਸਡ ਆਵਰਸ ਸੀਗੇ ਡਿਊਟੀ ਦੇ, ਇਸ ਤੋਂ ਇਲਾਵਾ ਕੀ ਤੁਸੀਂ ਕੁਝ ਦੱਸੋ? ਸਾਡੀ ਜਿਹੜੀ ਡਿਊਟੀ ਹੈ ਸਰਕਾਰ ਵੱਲੋਂ 9 ਤੋਂ 5 ਵਰਕਿੰਗ ਆਵਰ ਪਬਲਿਕਲੀ ਹੈ, ਪਰ ਸਾਡੀ ਡਿਊਟੀ ਜਿਹੜੀ ਹੁੰਦੀ ਉਹ 24 ਆਵਰਸ ਹੀ ਹੁੰਦੀ ਹੈ।
ਅਸੀਂ ਡਿਊਰਿੰਗ ਕੋਵਿਡ ਦੇ ਵਿੱਚ ਜਦੋਂ ਅਸੀਂ ਰਾਸ਼ਨ ਵੰਡ ਕੀਤੀ ਉਸ ਵੇਲੇ ਵੀ ਅਸੀਂ 16 18 ਘੰਟੇ ਵੀ ਕੰਮ ਕੀਤਾ ਕਿਉਂਕਿ ਦੈਟ ਵਾਜ਼ ਅ ਚੈਲੰਜਿੰਗ ਟਾਈਮ ਸੋ ਯੂ ਹੈਵ ਟੂ ਪੁੱਟ ਦੈਟ ਐਕਸਟਰਾ ਐਫਰਟ ਤੇ ਤਾਂ ਕਿ ਲੋਕਾਂ ਤੱਕ ਤੁਹਾਡਾ ਜਿਹੜਾ ਹੈ ਉਹ ਮੈਸੇਜ ਪੁੱਜ ਸਕੇ ਔਰ ਤੁਸੀਂ ਉਹ ਕੰਮ ਨੂੰ ਅੰਜਾਮ ਦੇ ਸਕੋ। ਬਿਲਕੁਲ ਸਰ 2020 ਦਾ ਤੇ 2021 ਦਾ ਕੋਵਿਡ, ਉਸ ਵਕਤ ਤੁਸੀਂ ਨੋਡਲ ਆਫਿਸਰ ਫੂਡ ਡਿਸਟ੍ਰੀਬਿਊਸ਼ਨ 'ਚ ਸੀ, ਅੱਜ ਤੁਹਾਨੂੰ ਆਈਸੋਲੇਸ਼ਨ ਦੇ ਵਿੱਚ ਲਿਆਂਦਾ ਗਿਆ। ਇਹਦੇ 'ਚ ਤੇ ਉਹਦੇ 'ਚ ਤੁਸੀਂ ਕੀ ਫਰਕ ਦੇਖਿਆ ਔਰ ਕਿਸ ਪ੍ਰਕਾਰ ਦੀ ਡਿਊਟੀ 'ਚ ਫਰਕ ਆਇਆ? ਦੇਖੋ ਜਿਹੜਾ ਲਾਸਟ 2019 ਵਾਲਾ ਸੀ ਉਹਦੇ ਵਿੱਚ ਉਸ ਵੇਲੇ ਲੋਕਡਾਊਨ ਲੱਗਿਆ ਸੀ, ਨੰਬਰ ਆਫ ਡੈਥਸ ਘੱਟ ਸੀ ਉਸ ਵੇਲੇ, ਲੇਕਿਨ ਇਸ ਵਾਰੀ ਦਾ ਜਿਹੜਾ 2021 ਵਾਲਾ ਜਿਹੜਾ ਕੋਵਿਡ ਦਾ ਫੇਜ਼ ਆਇਆ ਹੈ ਇਹਦੇ ਵਿੱਚ ਚੈਲੰਜ ਹੋਰ ਤਰ੍ਹਾਂ ਦੇ ਆ ਗਏ। ਇਹਦੇ ਵਿੱਚ ਜਦੋਂ ਤੁਸੀਂ ਵੇਖਿਆ ਕਿ ਲੋਕਾਂ ਨੂੰ ਹਸਪੀਟਲਾਈਜੇਸ਼ਨ ਦੀ ਬਹੁਤ ਤਗੜੀ ਲੋੜ ਪਈ ਔਰ ਥੋੜੀ ਸਟ੍ਰੇਨ ਜਿਹੜੀ ਸੀ ਥੋੜੀ ਵਾਇਓਲੈਂਟ ਸੀ, ਉਹਦੇ ਕਰਕੇ ਲੋਕਾਂ ਨੂੰ ਆਕਸੀਜਨ ਡਿਪੈਂਡੈਂਸ ਕਾਫੀ ਜ਼ਿਆਦਾ ਹੋਈ। ਸੋ ਆਕਸੀਜਨ ਜਿਹੜੀ ਸੀ ਉਹਦੀ ਸ਼ਾਰਟੇਜ ਨੂੰ ਵੇਖਦਿਆਂ ਹੋਇਆਂ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਆਕਸੀਜਨ ਮੋਨੀਟਰਿੰਗ ਕਮੇਟੀ ਬਣਾਈ ਗਈ। ਉਹਦੇ ਵਿੱਚ ਸਾਡੇ ਮਾਨਯੋਗ ADC ਸਾਹਿਬ ਜਿਹੜੇ ਸੀ ਉਹ ਚੇਅਰਮੈਨ ਸੀ, ਮੈਨੂੰ ਵੀ ਉਹਦੇ 'ਚ ਮੈਂਬਰ ਸ਼ਾਮਲ ਕੀਤਾ ਗਿਆ। ਸਾਡੇ ADC ਸਾਹਿਬ ਵੀ ਬੀਇੰਗ ਫਰੰਟ ਲਾਈਨ ਵਰਕਰ ਆਪ ਉਹ ਕੋਵਿਡ ਨਾਲ ਪੀੜਤ ਹੋਏ ਔਰ ਉਹਨਾਂ ਦੇ ਟਾਈਮ ਜਦੋਂ ਕੋਵਿਡ ਉਹਨਾਂ ਨੂੰ ਹੋਇਆ ਪੋਜ਼ੀਟਿਵ ਹੋ ਗਏ ਤਾਂ ਫਿਰ ਮੈਨੂੰ ਫੁੱਲ ਟਾਈਮਲੀ ਨਾਲ ਵੇਖਣਾ ਪਿਆ ਇਸ ਪ੍ਰੋਗਰਾਮ ਨੂੰ ਸਾਰਿਆਂ ਨੂੰ। ਅਤੇ ਡਿਊਰਿੰਗ ਦੈਟ ਟਾਈਮ ਜਿਹੜੇ ਆਕਸੀਜਨ ਸ਼ਾਰਟੇਜ ਸੀ ਉਹਨੂੰ ਅਸੀਂ ਬੜੇ ਵਧੀਆ ਤਰੀਕੇ ਨਾਲ ਸਰ ਆਕਸੀਜਨ ਦੀ ਤੇ ਸ਼ਾਰਟੇਜ ਸਾਰੇ ਇੰਡੀਆ 'ਚ ਆਈ ਤੇ ਤੁਹਾਡੇ ਅੰਮ੍ਰਿਤਸਰ ਦੇ ਹਸਪੀਟਲਸ ਨੇ ਕਿਸ ਪ੍ਰਕਾਰ ਦੀ ਸਰ ਆਕਸੀਜਨ ਦੀ ਸ਼ਾਰਟੇਜ ਕੀਤੀ ਔਰ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਪੋਰਟ ਕੀਤਾ? ਸਾਡੇ ਨਾਰਮਲ ਟਾਈਮਸ ਦੇ ਵਿੱਚ ਆਕਸੀਜਨ ਜਿਹੜੀ ਹੈ ਕੋਈ ਬਹੁਤੀ ਰਿਕੁਆਇਰਮੈਂਟ ਨਹੀਂ ਹੁੰਦੀ ਉੱਥੇ ਆਮ ਤੌਰ 'ਤੇ, ਲੇਕਿਨ ਡਿਊਰਿੰਗ ਦਿਸ ਕੋਵਿਡ ਪੀਰੀਅਡ ਪੀਕ ਦੇ ਉੱਤੇ ਸਾਡੀ ਰਿਕੁਆਇਰਮੈਂਟ ਜਿਹੜੀ ਸੀ ਉਹ 35 ਤੋਂ 36 ਟਨ ਡੇਲੀ ਦੀ ਰਿਕੁਆਇਰਮੈਂਟ ਪਹੁੰਚ ਗਈ ਸੀ। 35 ਤੋਂ 36 ਟਨ? ਹਾਂਜੀ, ਮੀਟ੍ਰਿਕ ਟਨ। ਓਕੇ। ਔਰ ਜਿਹਦੇ ਵਿੱਚੋਂ ਇਕੱਲੇ ਸਿਰਫ ਗੁਰੂ ਨਾਨਕ ਹਸਪੀਟਲ ਦੀ ਜਿਹੜੀ ਕੰਜ਼ੰਪਸ਼ਨ ਸੀ ਉਹ 14 ਤੋਂ 15 ਟਨ ਜਿਹੜੀ ਸੀ ਉਹ ਸੀ। ਔਰ ਸਾਨੂੰ ਉਸ ਵੇਲੇ ਇਹੋ ਜਿਹੀ ਸਿਚੁਏਸ਼ਨਸ ਵੀ ਆਈਆਂ ਸੀ ਕਿ ਸਾਡੇ ਕੋਲ ਜਿਹੜੀ ਸਪਲਾਈ ਸੀ ਸਾਡੀ ਜਿਹੜੀ ਸਾਡੇ ਕੋਲ ਸਟਾਕ ਸੀ ਉਹ ਲਿਮਟਿਡ ਰਹਿ ਗਿਆ ਸੀ ਕਿ ਉਹ ਸਿਰਫ 1 ਜਾਂ 2 ਘੰਟੇ ਹੀ ਚੱਲ ਸਕਦਾ ਔਰ ਜਿਹੜਾ ਟੈਂਕਰ ਜਿਹੜੇ ਸਾਨੂੰ ਸਪਲਾਈ ਹੋਣੇ ਸੀ ਉਹ ਔਨ ਦਾ ਵੇ ਸੀ ਕਿਉਂਕਿ ਟਰਾਂਸਪੋਰਟ ਹੈ, ਟਰਾਂਸਪੋਰਟ ਵਿੱਚ ਕਿਸੇ ਵੇਲੇ ਵੀ ਕੋਈ ਅਨਸਰਟਨਟੀ ਹੋ ਸਕਦੀ, ਕਿਸੇ ਦਾ ਟਾਇਰ ਪੰਕਚਰ ਹੋ ਗਿਆ, ਕਿਸੇ ਕੋਈ ਮਕੈਨੀਕਲ ਬ੍ਰੇਕਡਾਊਨ ਹੋ ਗਿਆ, ਸੋ ਸ਼ੋਰਿਟੀ ਨਹੀਂ ਹੁੰਦੀ ਕਿ ਕੋਈ ਚੀਜ਼ ਸਮੇਂ ਸਿਰ ਪਹੁੰਚ ਜਾਏਗੀ। ਸੋ ਦੇਅਰ ਵਰ ਸਿਚੁਏਸ਼ਨਸ ਜਦੋਂ ਅਸੀਂ ਦੇਖਿਆ ਕਿ ਸਾਡਾ ਇਹ ਟੋਟਲੀ ਕੰਮ ਜਿਹੜਾ ਹੈ ਜੇ ਸਾਡੇ ਕੋਲ ਵਿਦਨ ਫਿਕਸ ਟਾਈਮ ਅੱਧੇ ਘੰਟੇ ਦੇ ਵਿੱਚ ਜਾਂ 1 ਘੰਟੇ ਦੇ ਵਿੱਚ ਆਕਸੀਜਨ ਨਹੀਂ ਆਈ ਤਾਂ ਜਿਹੜੇ ਲੋਕ ਹੈ ਉਹ ਤੜਫ ਕੇ ਮਰ ਸਕਦੇ ਨੇ ਜਿਹੜੇ ਲੋਕੀ ਆਕਸੀਜਨ ਦੇ ਉੱਤੇ ਡਿਪੈਂਡੈਂਟ ਸੀ। ਸੋ ਉਸ ਟਾਈਮ ਉੱਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਆਪ ਕਮਾਂਡ ਲੈ ਕੇ ਸਾਡੀ ਸਾਰੀ ਟੀਮ, ਸਾਡੇ ADC ਸਾਹਿਬ, ਸਾਡੇ ਪੁਲਿਸ ਕਮਿਸ਼ਨਰ ਸਾਹਿਬ, ਪੁਲਿਸ ਵੀ ਨਾਲ ਫਿਰ ਬਿਲਕੁਲ ਜੀ। ਉਸ ਦਿਨ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਸ ਦਿਨ ਇੱਕ ਕ੍ਰਾਈਸਿਸ ਰਾਤ ਬੜੀ ਕ੍ਰਾਈਸਿਸ ਵਾਲੀ ਆਈ ਸੀ ਉਸ ਦਿਨ ਤੇ ਇਹੋ ਜਿਹੀ ਹਾਲਤ ਹੋ ਗਈ ਸੀ ਕਿ ਆਕਸੀਜਨ ਅਸੀਂ ਹਰ ਜਿਹਨੂੰ ਕਹਿੰਦੇ ਕਾਰਨਰਸ ਦੇ ਵਿੱਚੋਂ ਵੀ ਲੱਭੀ ਕਿ ਕਿੱਥੇ ਸਾਨੂੰ ਸਿਲੰਡਰ ਭਰਿਆ ਮਿਲ ਜੇ ਕਿੱਥੋਂ। ਅਸੀਂ ਵੱਖ-ਵੱਖ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਿਹੜੇ ਉਹਨਾਂ ਦੇ ਸਿਲੰਡਰ ਸਪੇਅਰ ਪਏ ਸੀ ਅਸੀਂ ਉਹ ਰਾਤ ਚੁੱਕੇ। ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੇ ਕਮਾਂਡ ਲਈ, SHO ਸਾਨੂੰ ਨਾਲ ਸਾਡੇ ਨਾਲ ਲੱਗੇ ਔਰ ਪੁਲਿਸ ਦੀਆਂ ਗੱਡੀਆਂ ਦੇ ਵਿੱਚ ਹੀ ਅਸੀਂ ਜਿਹੜੀਆਂ ਸਿਲੰਡਰ ਜਿਹੜੇ ਸੀ ਉਹ ਹਸਪੀਟਲਸ ਤੋਂ ਢੋ ਕੇ ਗੁਰੂ ਨਾਨਕ ਹਸਪੀਟਲ ਤੱਕ ਲਿਆਂਦੇ। ਇਹਦੇ ਵਿੱਚ ਇੱਕ ਮੈਂ ਮੈਂਸ਼ਨ ਕਰਾਂਗਾ ਕਿ ਸਾਡਾ ਇੱਕ GM ਡਿਸਟ੍ਰਿਕਟ ਇੰਡਸਟਰੀਜ਼ ਨੇ ਮਿਸਟਰ ਮਾਨਵਪ੍ਰੀਤ ਸਿੰਘ, ਇੱਕ ਥਾਂ ਉੱਤੇ ਸਾਨੂੰ ਸਿਲੰਡਰ ਮਿਲ ਗਏ, ਸਿਲੰਡਰ ਗੱਡੀ ਵਿੱਚ ਲੋਡ ਕਰਤੇ ਲੇਬਰ ਨੇ ਪਰ ਉੱਥੇ ਜਿਹੜਾ ਗੱਡੀ ਚਲਾਉਣ ਵਾਲਾ ਡਰਾਈਵਰ ਸੀ ਉਹ ਅਵੇਲੇਬਲ ਨਹੀਂ ਸੀ। ਤਾਂ ਸਾਡੇ ਉਸ GM ਡਿਸਟ੍ਰਿਕਟ ਇੰਡਸਟਰੀ ਸੈਂਟਰ ਨੇ ਆਪ, ਮਾਨਵਪ੍ਰੀਤ ਨੇ ਆਪ ਉਹ ਗੱਡੀ ਡਰਾਈਵ ਕਰਕੇ ਹਸਪੀਟਲ ਲੈ ਕੇ ਆਂਦੀ। ਵੈਰੀ ਗੁੱਡ। ਐਂਡ ਦੇਖੋ ਇਹ ਕਮਿਟਮੈਂਟ ਦੀ ਗੱਲ ਆ ਸਾਰਿਆਂ ਦੀ ਤੇ ਅਸੀਂ ਇਹੋ ਜਿਹੀ ਸਿਚੁਏਸ਼ਨ ਹੈਂਡਲ ਕੀਤੀ। 108 ਐਂਬੂਲੈਂਸ ਜਿਹੜੀ ਸਾਡੀ ਹੈਗੀ ਆ ਉਹਦੇ ਵਿੱਚ ਹਰ ਇੱਕ ਦੇ ਵਿੱਚ ਇੱਕ ਸਿਲੰਡਰ ਜਿਹੜਾ ਉਹ ਸਪੇਅਰ ਹੁੰਦਾ ਵਾ ਆਕਸੀਜਨ ਦਾ। ਸਾਡੀ ਜਦੋਂ ਪਤਲੀ ਹਾਲਤ ਸੀ ਤਾਂ ਉਸ ਵੇਲੇ ਅਸੀਂ ਉਹ 108 ਦੇ ਐਂਬੂਲੈਂਸ ਵੀ ਜਿਹੜੀਆਂ ਅਸੀਂ ਉਹ ਗੁਰੂ ਨਾਨਕ ਹਸਪੀਟਲ ਸੈਟਲ ਕਰਤੀਆਂ ਉਸ ਵੇਲੇ ਕਿ ਤਾਂ ਕਿ ਇਹਨੇ ਐਮਰਜੈਂਸੀ ਇਹ ਅਸੀਂ ਕਰ ਲਈਏ। ਪਰ ਅਲਟੀਮੇਟਲੀ ਸਾਡਾ ਜਿਹੜਾ ਟੈਂਕਰ ਸੀ ਉਹ ਪਹੁੰਚ ਗਿਆ ਔਰ ਅਸੀਂ ਇਸ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ ਉਸ ਵੇਲੇ। ਸਰ ਇਸ ਤਰਾਸਦੀ ਦੇ ਦੌਰਾਨ ਜਿਹੜੀ ਇਹ ਕੋਵਿਡ ਦੀ ਚੱਲੀ ਹੈ ਇਸ ਦੇ ਦੌਰਾਨ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਇਸ ਮਹਾਮਾਰੀ ਦੇ ਵਿੱਚ ਲੋਕਾਂ ਦੇ ਪ੍ਰਤੀ? ਕੀ ਲੋਕ ਅਸੀਂ ਹਰ ਵਕਤ ਕਹਿੰਦੇ ਹਾਂ ਜੀ ਲੋਕੀ ਜਿਹੜੇ ਨੇ ਸ਼ਿਕਾਇਤ ਹੀ ਕਰਦੇ ਨੇ, ਲੇਕਿਨ ਕਈ ਵਾਰੀ ਜੈਨੂਇਨ ਸ਼ਿਕਾਇਤ ਵੀ ਹੁੰਦੀ ਹੈ, ਉਹਨੂੰ ਅਸੀਂ ਦੂਸਰੇ ਤਰੀਕੇ ਨਾਲ ਲੈ ਲੈਂਦੇ ਹਾਂ। ਲੋਕਾਂ ਦਾ ਵੀ ਦੇਖੋ ਇਕੱਠੇ ਇੱਕ ਪਾਸੇ ਬੰਦ ਦੇਣਾ, 65 ਦਿਨ ਦਾ ਲੋਕਡਾਊਨ, 65 ਡੇਜ਼ ਲੋਕੀ ਘਰਾਂ ਦੇ ਵਿੱਚ ਬੰਦ, ਉਹਨਾਂ ਦੀ ਆਪਣੀਆਂ ਮੈਂਟਲ ਤੇ ਫਿਜ਼ੀਕਲ ਪ੍ਰੋਬਲਮਸ ਜਾਗੀਆਂ, ਉਹਨਾਂ ਦੀ ਕਿਸ ਤਰ੍ਹਾਂ ਦੀ ਤੁਹਾਨੂੰ ਸਿਚੁਏਸ਼ਨਸ ਕੋਈ ਐਸੀ ਦੇਖਣ ਨੂੰ ਮਿਲੀ ਹੋਏ ਜਿਹਨੂੰ ਤੁਸੀਂ ਅੱਜ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ ਚਾਹੋਗੇ? ਦੇਖੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਪੈਂਡੈਮਿਕ ਹੈ, ਇਹਦੇ ਵਿੱਚ ਇਹਦਾ ਇਲਾਜ ਤਾਂ ਇੱਕੋ ਹੀ ਸੀ ਕਿ ਲੋਕਾਂ ਦੇ ਵਿੱਚ ਕੰਟੈਕਟ ਜਿਹੜਾ ਹੈ ਚੇਨ, ਇਹਦੇ ਵਿੱਚ ਜਿਹੜੀ ਚੇਨ ਹੈ ਉਹ ਤੋੜਨੀ ਹੈ। ਉਹ ਚੇਨ ਨੂੰ ਤੋੜਨ ਲਈ ਜ਼ਰੂਰੀ ਸੀ ਕਿ ਲੋਕਡਾਊਨ ਲੱਗਣਾ।
ਸੋ ਪਹਿਲਾ ਲੋਕਡਾਊਨ ਥੋੜ੍ਹਾ ਜ਼ਿਆਦਾ ਸਵੀਅਰ ਸੀ। ਇਸ ਵਾਰੀ ਜਿਹੜਾ ਲੋਕਡਾਊਨ ਲੱਗਿਆ ਇਹਦੇ ਵਿੱਚ ਥੋੜ੍ਹੀ ਜਿਹੀ ਰਿਲੈਕਸੇਸ਼ਨ ਸੀ। ਢਿੱਮਾ ਮੱਠਾ ਹੈ ਜੀ। ਹਾਂਜੀ, ਇਹ ਥੋੜ੍ਹਾ ਜਿਹਾ ਪਹਿਲੇ ਨਾਲੋਂ ਰਿਲੈਕਸੇਸ਼ਨ ਸੀ। ਹਾਂਜੀ। ਸੋ ਇਸ ਵਾਰੀ ਲੋਕਾਂ ਨੇ ਇਹਨੂੰ ਇੰਨੇ ਮਤਲਬ ਇਹਦਾ ਇੰਨਾ ਬੁਰਾ ਨਹੀਂ ਮਨਾਇਆ ਕਿ ਲੋਕਡਾਊਨ। ਨੋ ਡਾਊਟ ਇਕਨੋਮਿਕ ਐਕਟੀਵਿਟੀ ਹੈਂਪਰ ਹੁੰਦੀ ਹਰ ਤਰ੍ਹਾਂ ਦੀ, ਬਟ ਗੌਰਮੈਂਟ ਨੇ ਜਿਹੜਾ ਐਰਕੀ ਲੋਕਡਾਊਨ ਦੀ ਕੰਡੀਸ਼ਨਸ ਲਗਾਈਆਂ ਉਹਦੇ ਵਿੱਚ ਕਾਫੀ ਤਰ੍ਹਾਂ ਦੀ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਸੀ ਉਹ ਅਲਾਉ ਕੀਤੀਆਂ ਸੀ। ਸੋ ਐਰਕੀ ਇਕਨੋਮਿਕ ਇਫੈਕਟ ਜਿਹੜਾ ਉਹ ਇੰਨਾ ਜ਼ਬਰਦਸਤ ਨਹੀਂ ਸੀ ਇਹਦੇ ਉੱਤੇ, ਬਟ ਸਟਿਲ ਲੋਕਾਂ ਦੇ ਵਿੱਚ ਲੋਕਡਾਊਨ ਦੇ ਕਰਕੇ ਸਾਈਕੋਲੋਜੀਕਲ ਪ੍ਰੈਸ਼ਰ ਵੀ ਆ, ਹਰ ਤਰ੍ਹਾਂ ਦੇ ਆ। ਲੇਕਿਨ ਅਲਟੀਮੇਟਲੀ ਲੋਕਾਂ ਨੇ ਇਹਨੂੰ ਮਤਲਬ ਇਸ ਚੀਜ਼ ਨੂੰ ਸਮਝ ਲਿਆ ਹੈ ਕਿ ਇਹ ਤੋਂ ਬਿਨਾਂ ਕੋਈ ਇਲਾਜ ਨਹੀਂ ਹੈ। ਜਿਹੜੀ ਸੋਸ਼ਲ ਡਿਸਟੈਂਸਿੰਗ, ਮਾਸਕ ਹੈ, ਪਲੱਸ ਤੁਹਾਡੇ ਬਾਰ-ਬਾਰ ਹੱਥ ਧੋਣੇ, ਇਸ ਬਿਮਾਰੀ ਨੂੰ ਸੀਰੀਅਸਲੀ ਲੈਣਾ ਪੈਣਾ। ਇਹ ਸਾਡੇ ਨਾਲ ਜਾਣੀ ਨਹੀਂ ਹੈ, ਸਾਡੇ ਕੋਲੋਂ ਜਾਣੀ ਨਹੀਂ ਹੈ ਅਜੇ, ਇਹ ਸਟੇ ਕਰੇਗੀ, ਬਟ ਇਹਦਾ ਇਲਾਜ ਸਾਡੇ ਕੋਲ ਆਪਣੇ ਕੋਲ ਹੀ ਆ। ਅਸੀਂ ਆਪਣੇ ਆਪ ਦੇ ਬਿਹੇਵੀਅਰ ਨੂੰ ਜਿਹੜਾ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਜੇ ਅਸੀਂ ਵਰਤਾਂਗੇ ਤਾਂ ਅਸੀਂ ਇਸ ਬਿਮਾਰੀ ਤੋਂ ਬਚ ਸਕਾਂਗੇ। ਵੈਕਸੀਨੇਸ਼ਨ ਕਰਵਾਵਾਂਗੇ। ਸੋ ਸਾਰੀਆਂ ਚੀਜ਼ਾਂ ਕਰਾਉਣ ਤੋਂ ਬਾਅਦ ਹੀ ਅਸੀਂ ਇਸ ਬਿਮਾਰੀ ਉੱਤੇ ਜਿੱਤ ਪਾਵਾਂਗੇ। ਜਿਸ ਤਰ੍ਹਾਂ ਰਿਸ਼ੀ ਜੀ ਨੇ ਦੱਸਿਆ ਹੈ, ਇਹ ਕੋਵਿਡ ਬਿਮਾਰੀ ਜਾਣ ਵਾਲੀ ਨਹੀਂ ਹੈ, ਇਹ ਠਹਿਰਨ ਵਾਲੀ ਹੈ। ਸਾਨੂੰ ਹੀ ਇਸ ਦੇ ਪ੍ਰਤੀ ਜਾਗਰੂਕ ਹੋਣਾ ਪਏਗਾ। ਇਸ ਬਿਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਬਿਮਾਰੀ ਨੇ ਆਪਣਿਆਂ ਨੂੰ ਆਪਣਿਆਂ ਤੋਂ ਵੱਖ ਕਰ ਦਿੱਤਾ ਹੈ। ਆਪਣੇ ਇਸ ਤਰ੍ਹਾਂ ਵੱਖ ਹੋਏ ਕਿ ਉਹਨਾਂ ਨੇ ਕਈਆਂ ਨੇ ਤੇ ਆਪਣਿਆਂ ਨੂੰ ਮੁਖਅਗਨੀ ਦੇਣ ਤੋਂ ਇਨਕਾਰ ਕਰ ਦਿੱਤਾ। ਐਸੇ ਔਕੜ ਦੀ ਘੜੀ ਦੇ ਵਿੱਚ ਕਾਰਪੋਰੇਸ਼ਨ ਦੇ ਵਰਕਰਸ ਨੇ ਅੱਗੇ ਆ ਕੇ ਜਾਤ ਪਾਤ ਧਰਮ ਇਸ ਨੂੰ ਇੱਕ ਪਾਸੇ ਰੱਖ ਕੇ ਦਰਨਕਾਰ ਕਰਦੇ ਹੋਏ ਔਰ ਆਪਣੇ ਕਰਤੱਵਯ ਤੇ ਨਿਸ਼ਠਾ ਦਾ ਪਾਲਨ ਕਰਦੇ ਹੋਏ ਲੋਕਾਂ ਦੀ ਸੇਵਾ ਕੀਤੀ। ਕਈ ਇਸ ਦੀ ਚਪੇਟ ਵਿੱਚ ਆਏ ਔਰ ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਫਾਸਟਵੇ ਅੱਜ ਸਾਰੇ ਕਰਮਚਾਰੀਆਂ ਦੇ ਲਈ ਇਹਨਾਂ ਦੇ ਪ੍ਰਤੀ ਨਮਨ ਕਰਦਾ ਹੈ। ਦੋਸਤੋ, ਇਸ ਬਿਮਾਰੀ ਨੇ ਜਾਣਾ ਨਹੀਂ ਇੰਨੀ ਜਲਦੀ, ਇਸ ਲਈ ਜ਼ਰੂਰੀ ਹੈ ਮਾਸਕ ਪਾ ਕੇ ਰੱਖੋ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ ਔਰ ਬਾਰ-ਬਾਰ ਹੱਥ ਆਪਣੇ ਧੋਂਦੇ ਰਹੋ। ਸਰ, ਜਾਣ ਤੋਂ ਪਹਿਲਾਂ ਤੁਸੀਂ ਬੜੇ ਵਿਸਤਾਰ ਦੇ ਵਿੱਚ ਸਾਨੂੰ ਇਹ ਸਾਰਾ ਕੁਝ ਦੱਸਿਆ। ਮੈਂ ਚਾਹਾਂਗਾ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣਾ ਇੱਕ ਮੈਸੇਜ ਜ਼ਰੂਰ ਦਿਓ। ਮੇਰਾ ਫਾਸਟਵੇ ਦੇ ਜ਼ਰੀਏ ਸਾਰੇ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਅਸੀਂ ਹਰ ਚੀਜ਼ ਦੇ ਲਈ ਗੌਰਮੈਂਟ ਨੂੰ ਜਿਹੜਾ ਹੈ ਉਹ ਗੌਰਮੈਂਟ ਤੋਂ ਐਕਸਪੈਕਟ ਨਾ ਕਰੀਏ। ਕਈ ਚੀਜ਼ਾਂ ਜਿਹੜੀਆਂ ਸਾਡੇ ਫਰਜ਼, ਸਾਡੇ ਡਿਊਟੀਜ਼ ਜਿਹੜੀਆਂ ਨੇ ਉਹ ਸਾਡੀਆਂ ਆਪਣੀਆਂ ਨੇ, ਉਹ ਅਸੀਂ ਜ਼ਰੂਰ ਆਪਣੀਆਂ ਪਛਾਣੀਏ ਔਰ ਕੋਵਿਡ ਦੇ ਇਸ ਮਹਾਮਾਰੀ ਦੇ ਟਾਈਮ ਦੇ ਉੱਤੇ ਆਪਣੀਆਂ ਡਿਊਟੀਆਂ ਨੂੰ ਪਛਾਣਾਂਗੇ, ਤਦ ਹੀ ਅਸੀਂ ਜਿਹੜਾ ਹੈ ਇਸ ਮਹਾਮਾਰੀ ਦੇ ਖਿਲਾਫ ਸਫਲ ਹੋ ਪਾਵਾਂਗੇ। ਸਰ, ਤੁਹਾਡਾ ਬਹੁਤ-ਬਹੁਤ ਧੰਨਵਾਦ ਫਾਸਟਵੇ ਸਟੂਡੀਓ 'ਚ ਆਉਣ ਦੇ ਨਾਲ। ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਬੜੇ ਵਿਸਤਾਰ ਦੇ ਵਿੱਚ ਕੋਵਿਡ ਦੇ ਦੌਰਾਨ ਕਾਰਪੋਰੇਸ਼ਨ ਵੱਲੋਂ ਕੀਤੇ ਗਏ ਕੰਮਾਂ ਦਾ ਜਾਣਕਾਰੀ ਦਿੱਤੀ। ਦਰਸ਼ਕੋ, ਅੱਜ ਸੀ ਸਾਡੇ ਸਾਹਮਣੇ ਸੰਦੀਪ ਰਿਸ਼ੀ IAS, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਨੈਕਸਟ ਟਾਈਮ ਅਸੀਂ ਇੱਕ ਹੋਰ ਲੜੀਵਾਰ ਪ੍ਰੋਗਰਾਮ ਦੇ ਦੌਰਾਨ ਇੱਕ ਨਵੀਂ ਸ਼ਖਸੀਅਤ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਥੈਂਕ ਯੂ।